ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰਾਂ ਨਵੀਂ ਕਹਾਣੀ। ਮੇਰੀ ਮਾਂ ਹਰ ਰੋਜ਼ 1 ਕਿਲੋ ਚੌਲ ਮੰਗਵਾਉਂਦੀ ਅਤੇ ਕਹਿੰਦੀ ਕਿ ਤੇਰੇ ਪਿਤਾ ਜੀ ਨੂੰ ਬਹੁਤ ਪਸੰਦ ਆ। ਇਸ ਲਈ ਮੈਂ ਹਰ ਰੋਜ਼ ਦੁਕਾਨਦਾਰ ਤੋਂ ਚੌਲ ਲੈ ਕੇ ਆਉਂਦੀ, ਪਰ ਮੇਰੀ ਮਾਂ ਉਸ ਨੂੰ ਬਣਾਉਂਦੀ ਨਹੀਂ ਸੀ। ਮੈਂ ਬੜੀ ਹੈਰਾਨ ਹੁੰਦੀ। ਇੱਕ ਦਿਨ ਝੋਲੇ ਵਿੱਚ ਮੋਰੀ ਸੀ। ਮੈਨੂੰ ਲੱਗਿਆ ਝੋਲੇ ਵਿੱਚੋਂ ਕੁਝ ਹਿੱਲਦਾ। ਜਿਵੇਂ ਹੀ ਮੈਂ ਝੋਲਾ ਖੋਲ੍ਹ ਕੇ ਦੇਖਿਆ ਤਾਂ ਮੇਰੀ ਚੀਕ ਨਿਕਲ ਗਈ, ਕਿਉਂਕਿ ਝੋਲੇ ਵਿੱਚ ਮੇਰੇ ਪਿਤਾ ਜੀ ਮੇਰੀ ਮਾਂ ਨਾਲ ਲੜ ਕੇ ਬਾਹਰ ਨਿਕਲੇ ਸੀ ਤੇ ਮਾਂ ਵੀ ਉੱਚੀ ਉੱਚੀ ਬੋਲ ਰਹੀ ਸੀ। ਉਦੋਂ ਮੈਂ ਬਾਹਰ ਬੈਠੀ ਡਰਾਇੰਗ ਰੂਮ ਦੇ ਵਿੱਚ 12ਵੀਂ ਕਲਾਸ ਦੇ ਪੇਪਰਾਂ ਦੀ ਤਿਆਰੀ ਕਰ ਰਹੀ ਸੀ। ਮੇਰਾ ਮਨ ਪੜ੍ਹਾਈ ਵਿੱਚੋਂ ਹਟ ਗਿਆ। ਮੇਰੇ ਪਿਤਾ ਜੀ ਮੈਨੂੰ ਆਪਣੀ ਲੜਾਈ ਵਿੱਚ ਘੜੀਸ ਲਿਆਏ ਤੇ ਮੈਨੂੰ ਹਮੇਸ਼ਾ ਦੀ ਤਰ੍ਹਾਂ ਬਦਨਸੀਬ ਕਹਿ ਕੇ ਚਲੇ ਗਏ। ਮੈਂ ਇਸ ਗੱਲ ਤੋਂ ਥੋੜ੍ਹੀ ਨਾਰਾਜ਼ ਹੋ ਗਈ। ਮੈਂ ਸੋਚ ਰਹੀ ਸੀ ਕਿ ਫਿਲਮਾਂ ਵਿੱਚ ਤਾਂ ਦਿਖਾਇਆ ਜਾਂਦਾ ਕਿ ਮਾਂ-ਬਾਪ ਆਪਣੇ ਇਕਲੌਤੇ ਬੱਚੇ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਆ, ਪਰ ਇੱਥੇ ਤਾਂ ਮਾਮਲਾ ਕੁਝ ਹੋਰ ਹੀ ਸੀ। ਮੇਰੇ ਪਾਪਾ ਜਦੋਂ ਵੀ ਮੈਨੂੰ ਮਨਹੂਸ ਕਹਿੰਦੇ ਤਾਂ ਮੇਰੀ ਮਾਂ ਨਾਰਾਜ਼ ਹੋ ਜਾਂਦੀ ਅਤੇ ਕਹਿੰਦੀ ਕਿ ਦੁਆ ਕਰ ਟੀਨਾ ਮਰ ਜਾਵੇ, ਤੇਰੇ ਜੀਵਨ ਵਿੱਚੋਂ ਟੀਨਾ ਦਾ ਮਨਹੂਸ ਪਰਛਾਵਾਂ ਹਟ ਜਾਵੇ। ਤੇ ਮੈਂ ਬਾਹਰ ਬੈਠ ਕੇ ਰੱਬ ਨੂੰ ਕਹਿੰਦੀ, ਮੈਂ ਅਜਿਹੀ ਜ਼ਿੰਦਗੀ ਜੀ ਕੇ ਕੀ ਕਰਨਾ। ਰਹਿੰਦੀ ਖੂੰਦੀ ਦਾਦੀ ਵੀ ਆਪਣੀ ਕਸਰ ਪੂਰੀ ਕਰ ਲੈਂਦੀ। ਪਿਤਾ ਜੀ ਦੇ ਘਰ ਤੋਂ ਬਾਹਰ ਜਾਂਦੇ ਹੀ ਮੇਰੀ ਮਾਂ ਨਾਲ ਲੜਨ ਲੱਗ ਜਾਂਦੀ। ਸਾਡਾ ਘਰ ਪਾਣੀਪਤ ਦਾ ਮੈਦਾਨ ਬਣ ਜਾਂਦਾ। ਆਂਢੀ ਗੁਆਂਢੀ ਛੱਤਾਂ 'ਤੇ ਖੜ ਕੇ ਸੱਸ ਬਹੂ ਦੀ ਲੜਾਈ ਦਾ ਆਨੰਦ ਮਾਣਦੇ, ਜਿਵੇਂ ਸਿਨੇਮੇ ਵਿੱਚ ਕੋਈ ਫਿਲਮ ਚੱਲ ਰਹੀ ਹੋਵੇ। ਮੈਂ ਇਹਨਾਂ ਦੇ ਨਿੱਤ ਦੇ ਝਗੜਿਆਂ ਤੋਂ ਤੰਗ ਆ ਚੁੱਕੀ ਸੀ। ਦਾਦੀ ਮਾਂ ਮੇਰੀ ਮਾਂ ਨੂੰ ਕਹਿੰਦੀ, ਮੈਂ ਤੇਰਾ ਤਲਾਕ ਕਰਵਾ ਕੇ ਹੀ ਰਹੂੰਗੀ। ਬਹੁਤ ਐਸ਼ ਕਰ ਲਈ ਤੂੰ ਮੇਰੇ ਬੇਟੇ ਦੀ ਕਮਾਈ ਉੱਤੇ। ਮੰਮੀ ਤੇ ਦਾਦੀ ਦੀ ਤੂੰ ਮੈਂ ਸ਼ੁਰੂ ਹੋ ਜਾਂਦੀ ਤੇ ਖਤਮ ਹੋਣ ਦਾ ਨਾਂ ਹੀ ਨਾ ਲੈਂਦੀ। ਮੈਨੂੰ ਦਾਦੀ ਦੀ ਐਸ਼ ਵਾਲੀ ਗੱਲ ਉੱਤੇ ਬਹੁਤ ਹਾਸਾ ਆਉਂਦਾ, ਕਿਉਂਕਿ ਮੈਂ ਆਪਣੀ ਮਾਂ ਨੂੰ ਕਦੇ ਵੀ ਆਪਣੇ ਉੱਤੇ 1 ਰੁਪਈਆ ਖਰਚ ਕਰਦੇ ਨਹੀਂ ਦੇਖਿਆ ਸੀ। ਐਸ਼ ਤਾਂ ਬਹੁਤ ਦੂਰ ਦੀ ਗੱਲ ਸੀ। ਮਾਂ ਮੇਰੀ ਮੇਰੇ ਕੋਲ ਆਈ, ਆਪਣੇ ਦੁਪੱਟੇ ਦੀ ਗੰਢ ਖੋਲ੍ਹੀ ਅਤੇ ਕੁਝ ਪੈਸੇ ਕੱਢ ਕੇ ਕਿਹਾ, ਜਾ ਬੇਟਾ ਦੁਕਾਨ ਤੋਂ 1 ਕਿਲੋ ਚੌਲ ਲੈ ਕੇ ਆ, ਤੇਰੇ ਪਾਪਾ ਬੜੇ ਸ਼ੌਂਕ ਨਾਲ ਖਾਂਦੇ ਆ। ਮੈਂ ਮਾਂ ਤੋਂ ਪੈਸੇ ਫੜੇ ਤੇ ਆਪਣਾ ਸਿਰ ਢੱਕ ਕੇ ਬਾਹਰ ਚਲੀ ਗਈ। ਇਹੀ ਸੋਚ ਰਹੀ ਸੀ ਕਿ ਮਾਂ ਰੋਜ਼ ਮੇਰੇ ਤੋਂ ਚੌਲ ਕਿਉਂ ਮੰਗਵਾਉਂਦੀ ਆ, ਜਦੋਂ ਉਸਨੇ ਬਣਾਉਣੇ ਹੀ ਨਹੀਂ ਹੁੰਦੇ। ਪਤਾ ਨਹੀਂ ਇਹ ਚੌਲਾਂ ਦਾ ਕੀ ਕਰਦੀ। ਮੈਨੂੰ ਲੱਗਦਾ ਸੀ ਘਰ ਦੇ ਤਣਾਅਪੂਰਨ ਮਾਹੌਲ ਤੋਂ ਦੂਰ ਕਰਨ ਲਈ ਮੈਨੂੰ ਭੇਜ ਦਿੰਦੀ ਸੀ, ਤਾਂ ਕਿ ਮੈਂ ਇਹ ਲੜਾਈ ਝਗੜੇ ਨਾ ਦੇਖ ਸਕਾਂ। ਮੇਰੀ ਮਾਂ ਇੱਕ ਸਿੱਧੀ ਸਾਦੀ ਔਰਤ ਸੀ। ਸਾਰਾ ਦਿਨ ਕੰਮ 'ਤੇ ਲੱਗੀ ਰਹਿੰਦੀ ਤੇ ਕੋਈ ਵੀ ਉਸ ਤੋਂ ਖੁਸ਼ ਨਹੀਂ ਹੁੰਦਾ ਸੀ। ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਪਿਤਾ ਜੀ ਨੂੰ ਇੱਕ ਲੜਕਾ ਨਹੀਂ ਦੇ ਸਕੀ ਸੀ। ਮੇਰੇ ਜਨਮ ਤੋਂ ਬਾਅਦ ਕੁਝ ਅਜਿਹੀਆਂ ਉਲਝਣਾਂ ਆਈਆਂ। ਮੇਰੀ ਮਾਂ ਦੁਬਾਰਾ ਮਾਂ ਨਾ ਬਣ ਸਕੀ, ਇਸ ਲਈ ਪਿਤਾ ਜੀ ਮੈਨੂੰ ਮਨਹੂਸ ਕਹਿੰਦੇ ਸੀ। ਮੇਰੇ ਪਿਤਾ ਜੀ ਇੱਕ ਨਸ਼ੇੜੀ ਕਿਸਮ ਦੇ ਇਨਸਾਨ ਸੀ। ਉਹ ਘਰ ਵਿੱਚ ਮਾਂ ਨਾਲ ਵਧੀਆ ਰਹਿੰਦੇ ਸੀ, ਪਰ ਜਿਸ ਦਿਨ ਦਾਦੀ ਉਸ ਨੂੰ ਆਪਣੇ ਪੋਤਾ ਨਾ ਹੋਣ ਦੀ ਯਾਦ ਦਿਵਾ ਦਿੰਦੀ ਤਾਂ ਉਹ ਬਹੁਤ ਪਰੇਸ਼ਾਨ ਹੋ ਜਾਂਦੇ। ਦਾਦੀ ਉਹਨਾਂ ਨੂੰ ਕਹਿੰਦੀ ਕਿ ਤੇਰੇ ਬਾਅਦ ਆਪਣਾ ਖਾਨਦਾਨ ਖਤਮ ਹੋ ਜਾਊਗਾ। ਤੂੰ ਕਦੋਂ ਤੱਕ ਇਸ ਔਰਤ ਦੇ ਪੱਲੇ ਨਾ ਬੰਨ੍ਹਿਆ ਰਹੇਗਾ। ਮੈਂ ਤੇਰਾ ਦੂਜਾ ਵਿਆਹ ਕਰਵਾ ਹੀ ਰਹੂੰਗੀ। ਪਿਤਾ ਜੀ ਜਦੋਂ ਵੀ ਦਾਦੀ ਕੋਲੋਂ ਉੱਠ ਕੇ ਕਮਰੇ ਵਿੱਚ ਮਾਂ ਕੋਲ ਜਾਂਦੇ ਤਾਂ ਉਹਨਾਂ ਨੂੰ ਝਿੜਕਣ ਲੱਗ ਜਾਂਦੇ ਤੇ ਮਾਂ ਚੁੱਪ ਰਹਿੰਦੀ ਸੀ, ਪਰ ਹੁਣ ਉਹ ਵੀ ਬੋਲਣ ਲੱਗੀ ਸੀ। ਇਸ ਤਰ੍ਹਾਂ ਝਗੜਾ ਵੱਧਦਾ ਜਾਂਦਾ। ਇਸ ਲੜਾਈ ਦੇ ਕਾਰਨ ਮੈਂ ਮਾਨਸਿਕ ਚਿੰਤਾ ਵਿੱਚ ਗ੍ਰਸਤ ਹੋ ਗਈ ਸੀ। ਇਵੇਂ ਹੀ ਦਿਨ ਲੰਘ ਰਹੇ ਸੀ। ਇੱਕ ਦਿਨ ਮੈਂ ਕਾਲਜ ਤੋਂ ਵਾਪਸ ਆਈ ਤਾਂ ਦੇਖਿਆ ਮਾਂ ਵਿਹੜੇ ਵਿੱਚ ਉੱਚੀ ਉੱਚੀ ਰੋ ਰਹੀ ਸੀ। ਮੈਂ ਥੋੜ੍ਹਾ ਡਰ ਗਈ। ਮੈਂ ਆਪਣਾ ਬੈਗ ਦਰਵਾਜ਼ੇ 'ਤੇ ਹੀ ਸੁੱਟ ਦਿੱਤਾ। ਮੈਂ ਭੱਜ ਕੇ ਮਾਂ ਕੋਲ ਆਈ ਤੇ ਬੋਲੀ, ਮਾਂ ਮੈਨੂੰ ਦੱਸ ਕੀ ਹੋਇਆ। ਉਹ ਰੋਂਦੀ ਹੋਈ ਬੋਲੀ, ਮੈਂ ਮਰ ਜਾਊਂਗੀ, ਮੈਂ ਬਰਬਾਦ ਹੋ ਜਾਊਂਗੀ, ਮੇਰਾ ਕੁਝ ਵੀ ਨਹੀਂ ਬਚਿਆ ਇਸ ਦੁਨੀਆ ਵਿੱਚ। ਮੈਂ ਮਾਂ ਨੂੰ ਕਿਹਾ, ਦੱਸ ਤਾਂ ਸਹੀ ਕੀ ਹੋਇਆ। ਪਿਤਾ ਜੀ ਤਾਂ ਠੀਕ ਆ ਨਾ। ਮਾਂ ਨੇ ਮੈਨੂੰ ਗਲੇ ਨਾਲ ਲਾ ਲਿਆ ਤੇ ਉੱਚੀ ਉੱਚੀ ਰੋਣ ਲੱਗੀ। ਉਸਨੇ ਕਿਹਾ, ਤੇਰੀ ਦਾਦੀ ਨੇ ਆਪਣੀ ਕਿਸੇ ਸਹੇਲੀ ਦੀ ਕੁੜੀ ਨੂੰ ਬੁਲਾਇਆ। ਹੁਣ ਤੇਰੇ ਪਿਤਾ ਜੀ ਉਸ ਦੇ ਨਾਲ ਵਿਆਹ ਕਰਨਗੇ ਅਤੇ ਆਪਾਂ ਦੋਨਾਂ ਨੂੰ ਘਰੋਂ ਕੱਢ ਦੇਣਗੇ ਅਤੇ ਆਪਾਂ ਕਿੱਥੇ ਜਾਵਾਂਗੀਆਂ। ਗੱਲ ਤਾਂ ਪਰੇਸ਼ਾਨੀ ਵਾਲੀ ਸੀ, ਪਰ ਜਦੋਂ ਮੈਂ ਮਾਂ ਨੂੰ ਸਮਝਾਇਆ ਤਾਂ ਉਹ ਸੰਭਲ ਗਈ। ਉਸਨੇ ਜਲਦੀ ਨਾਲ ਆਪਣੀ ਚੁੰਨੀ ਨਾਲੋਂ ਪੈਸੇ ਕੱਢੇ ਤੇ ਬੋਲੀ, 1 ਕਿਲੋ ਚੌਲ ਲਿਆ ਦੇ ਮੈਨੂੰ।
ਮਾਂ ਦੀ ਹਾਲਤ ਦੇਖ ਮੇਰਾ ਹਾਸਾ ਨਿਕਲ ਗਿਆ। ਇੱਕ ਟਾਈਮ ਤਾਂ ਮਾਂ ਨੂੰ ਖਾਣ ਪੀਣ ਦਾ ਹੋਸ਼ ਵੀ ਨਹੀਂ ਸੀ ਤੇ ਜਦੋਂ ਸਮਝਣ ਦੀ ਸਥਿਤੀ ਵਿੱਚ ਹੋਈ ਤਾਂ ਉਸ ਨੂੰ ਫਿਰ ਚੌਲਾਂ ਦੀ ਪਈ ਹੋਈ ਸੀ। ਮੈਂ ਕਿਹਾ, ਮਾਂ, ਇਹ ਚੌਲ ਆਪਣੀ ਸੌਕਣ ਦੇ ਲਈ ਬਣਾ ਕੇ ਰੱਖਣੇ ਆ। ਮੈਂ ਹੱਸਦੀ ਹੋਈ ਉਹਨਾਂ ਤੋਂ ਪੈਸੇ ਲੈ ਕੇ ਦੁਕਾਨ ਤੋਂ ਚੌਲ ਖਰੀਦਣ ਚਲੀ ਗਈ। ਮੈਨੂੰ ਪਤਾ ਸੀ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਮਾਂ ਨੇ ਚੌਲ ਨਹੀਂ ਬਣਾਉਣੇ। ਕਦੇ ਕਦੇ ਮੈਨੂੰ ਲੱਗਦਾ ਮਾਂ ਹਰ ਰੋਜ਼ 1 ਕਿਲੋ ਚੌਲ ਮੰਗਵਾ ਕੇ ਜਮ੍ਹਾਂ ਤਾਂ ਨਹੀਂ ਕਰਦੀ। ਮੈਂ ਚੌਲ ਲੈ ਕੇ ਆਈ, ਉਦੋਂ ਤੱਕ ਦਾਦੀ ਦੀ ਸਹੇਲੀ ਦੀ ਕੁੜੀ ਆ ਚੁੱਕੀ ਸੀ। ਉਹ 30-32 ਸਾਲ ਦੀ ਕੁੜੀ ਹੋਊਗੀ, ਮਾਂ ਤੋਂ 7-8 ਸਾਲ ਛੋਟੀ। ਉਸ ਦੇ ਬਹੁਤ ਸੋਹਣੇ ਕੱਪੜੇ ਪਾਏ ਹੋਏ ਸੀ। ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਉਹ ਬਹੁਤ ਸੋਹਣੀ ਸੀ। ਮੈਂ ਮਾਂ ਵੱਲ ਦੇਖਿਆ। ਮਾਂ ਦਾ ਥੱਕਿਆ ਹੋਇਆ ਚਿਹਰਾ ਪੀਲਾ ਪੈ ਚੁੱਕਿਆ ਸੀ। ਉਹ ਵੀ 4 ਸਾਲ ਪੁਰਾਣਾ ਸੂਟ ਪਾ ਰੱਖਿਆ ਸੀ। ਆਂਟੀ ਦੇ ਸਾਹਮਣੇ ਬਿਲਕੁਲ ਬੁੱਢੀ ਲੱਗਦੀ ਸੀ। ਮੈਨੂੰ ਮਾਂ ਉੱਤੇ ਤਰਸ ਆਇਆ। ਮੈਂ ਪਿਤਾ ਜੀ ਨੂੰ ਦੇਖਿਆ ਤਾਂ ਉਹ ਵੀ ਬਹੁਤ ਖੁਸ਼ ਲੱਗ ਰਹੇ ਸੀ। ਮੈਂ ਆਪਣੀ ਮਾਂ ਦੀ ਹਾਲਤ ਸਮਝ ਸਕਦੀ ਸੀ। ਅਸੀਂ ਸਾਰਿਆਂ ਨੇ ਇੱਕ ਥਾਂ ਬੈਠ ਕੇ ਖਾਣਾ ਖਾਧਾ। ਦਾਦੀ ਵੀ ਬਹੁਤ ਖੁਸ਼ ਸੀ। ਉਹ ਰੀਆ ਆਂਟੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਪਰੋਸ ਰਹੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਤੇ ਮੇਰੀ ਮਾਂ ਇੱਥੇ ਮੌਜੂਦ ਹੀ ਨਹੀਂ। ਖਾਣਾ ਖਾਣ ਤੋਂ ਬਾਅਦ ਅਸੀਂ ਆਪਣੇ ਆਪਣੇ ਕਮਰਿਆਂ ਵਿੱਚ ਚਲੇ ਗਏ। ਮੈਨੂੰ ਪਤਾ ਸੀ ਅੱਜ ਮੇਰੀ ਮਾਂ ਸਾਰੀ ਰਾਤ ਰੋਣ ਵਾਲੀ ਆ। ਸਵੇਰ ਹੋਈ ਤਾਂ ਮਾਂ ਮੇਰੇ ਕੋਲ ਆਈ ਤੇ ਕਹਿੰਦੀ, ਤੂੰ ਅੱਜ ਕਾਲਜ ਨਾ ਜਾ, ਆਪਾਂ ਬਾਜ਼ਾਰ ਚੱਲਾਂਗੇ, ਕੁਝ ਖਰੀਦ ਕੇ ਲਿਆਉਣਾ। ਮੈਂ ਹੱਸੀ ਤੇ ਬੋਲੀ, ਮਾਂ, ਅੱਜ ਤੂੰ ਰੀਆ ਆਂਟੀ ਦੇ ਡਰ ਤੋਂ ਖਰੀਦਦਾਰੀ ਕਰਨ ਜਾ ਰਹੀ ਆ। ਮੇਰੇ ਕਹਿਣ ਤੇ ਬਾਜ਼ਾਰ ਚਲੀ ਜਾਂਦੀ ਤਾਂ ਇਹ ਤੇਰੇ ਹਾਲਾਤ ਨਹੀਂ ਹੋਣੇ ਸੀ। ਮਾਂ ਉਦਾਸ ਹੋ ਗਈ ਤੇ ਮਾਂ ਨੇ ਅੱਜ ਪਹਿਲੀ ਵਾਰ ਪਿਤਾ ਜੀ ਤੋਂ ਪੈਸੇ ਮੰਗੇ ਸੀ ਤੇ ਪਿਤਾ ਜੀ ਨੇ ਵੀ ਅੱਜ ਮਾਂ ਨੂੰ ਕਾਫੀ ਸਾਰੇ ਪੈਸੇ ਦੇ ਦਿੱਤੇ। ਪਤਾ ਨਹੀਂ ਪਿਤਾ ਜੀ ਦੀ ਮਿਹਰਬਾਨੀ ਦੇ ਪਿੱਛੇ ਮਾਂ ਦੀ ਕਦਰ ਲੁਕੀ ਹੋਈ ਸੀ ਜਾਂ ਫਿਰ ਰੀਆ ਆਂਟੀ ਦੇ ਆਉਣ ਤੋਂ ਉਹ ਇੰਨੇ ਖੁਸ਼ ਸੀ ਕਿ ਪੈਸੇ ਦੀ ਪਰਵਾਹ ਨਹੀਂ ਕਰ ਰਹੇ ਸੀ। ਜੋ ਵੀ ਸੀ, ਅਸੀਂ ਦੋਨੋਂ ਮਾਂ ਬੇਟੀ ਬਾਜ਼ਾਰ ਚਲੀਆਂ ਗਈਆਂ। ਮੈਂ ਆਪਣੀ ਮਾਂ ਨੂੰ 5 ਸੂਟ ਦਵਾਏ ਤੇ ਇੱਕ ਚੱਪਲਾਂ ਦਾ ਜੋੜਾ ਖਰੀਦ ਕੇ ਦਿੱਤਾ। ਸ਼ਾਮ ਨੂੰ ਜਦੋਂ ਅਸੀਂ ਘਰ ਆਈਆਂ ਤਾਂ ਮੇਰੀ ਦਾਦੀ ਰੱਬ ਦਾ ਨਾਮ ਜਪ ਰਹੀ ਸੀ ਜਦ ਕਿ ਪਿਤਾ ਜੀ ਰੀਆ ਆਂਟੀ ਦੇ ਨਾਲ ਗੱਲਾਂ ਕਰ ਰਹੇ ਸੀ। ਇਹ ਦੇਖ ਕੇ ਮੇਰੀ ਮਾਂ ਦੀਆਂ ਖੁਸ਼ੀਆਂ ਚਕਨਾਚੂਰ ਹੋ ਗਈਆਂ। ਮਾਂ ਆਪਣੇ ਪੈਰਾਂ ਵਿੱਚੋਂ ਚੱਪਲਾਂ ਨੂੰ ਸੁੱਟਦੇ ਹੋਏ ਕਮਰੇ ਵਿੱਚ ਚਲੀ ਗਈ। ਮੈਂ ਰੀਆ ਆਂਟੀ ਕੋਲ ਬੈਠ ਫੈਸ਼ਨ ਅਤੇ ਮੇਕਅਪ ਦੀਆਂ ਗੱਲਾਂ ਕਰਨ ਲੱਗੀ। ਮੇਰੀ ਮਾਂ ਨੇ ਮੈਨੂੰ ਕਹਿ ਰੱਖਿਆ ਸੀ ਕਿ ਤੂੰ ਆਂਟੀ ਨੂੰ ਆਪਣੀਆਂ ਗੱਲਾਂ ਵਿੱਚ ਬਿਜੀ ਰੱਖਿਆ ਕਰ ਤਾਂ ਕਿ ਉਹ ਤੇਰੇ ਪਿਤਾ ਜੀ ਦੇ ਕੋਲ ਨਾ ਬੈਠ ਸਕੇ। ਘਰ ਵਿੱਚ ਅਜੀਬ ਜਿਹੇ ਤਣਾਅ ਦਾ ਮਾਹੌਲ ਸੀ। ਦਾਦੀ ਰੀਆ ਆਂਟੀ ਨੂੰ ਪਿਤਾ ਜੀ ਦੇ ਕੋਲ ਲਿਆਉਣ ਦੇ ਬਹਾਨੇ ਲੱਭਦੀ ਰਹਿੰਦੀ ਤੇ ਇੱਧਰ ਮੇਰੀ ਮਾਂ ਘਰ ਦਾ ਸਾਰਾ ਕੰਮ ਕਰਦੀ ਰਹਿੰਦੀ। ਪਿਤਾ ਜੀ ਮਨਮੌਜੀ ਸੀ। ਉਹ ਰੀਆ ਆਂਟੀ ਨੂੰ ਘੱਟ ਹੀ ਦੇਖਦੇ। ਇੱਧਰ ਮੇਰੀ ਮਾਂ ਵੀ ਤਿਆਰ ਹੋ ਕੇ ਰਹਿਣ ਲੱਗੀ ਸੀ। ਇੱਕ ਦਿਨ ਮੇਰੀ ਦਾਦੀ ਬੋਲੀ, ਰੀਆ ਦੁਕਾਨ ਤੋਂ ਕਿਲੋ ਚੌਲ ਲੈ ਕੇ ਆ, ਤੇਰੇ ਪਾਪਾ ਬੜੇ ਸ਼ੌਂਕ ਨਾਲ ਖਾਂਦੇ ਆ। ਮੈਂ ਦਾਦੀ ਵੱਲ ਹੈਰਾਨੀ ਨਾਲ ਦੇਖਿਆ ਤੇ ਕਿਹਾ, ਤੁਸੀਂ ਵੀ ਮੰਮੀ ਵਾਲਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚਿਆ ਹੈ ਕਿ? ਸਾਰਿਆਂ ਨੇ ਮੇਰੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖਿਆ। ਪਿਤਾ ਜੀ ਨੇ ਕਿਹਾ, ਕੀ ਮਤਲਬ? ਮੈਂ ਸਾਰੀ ਗੱਲ ਦੱਸਣ ਵਾਲੀ ਸੀ ਕਿ ਮੇਰੀ ਮਾਂ ਨੇ ਮੇਰੇ ਵੱਲ ਅੱਖਾਂ ਕੱਢੀਆਂ ਤਾਂ ਮੈਨੂੰ ਲੱਗਿਆ ਮੈਨੂੰ ਨਹੀਂ ਦੱਸਣਾ ਚਾਹੀਦਾ। ਮੈਂ ਗੱਲ ਨੂੰ ਬਦਲ ਦਿੱਤਾ। ਮੈਂ ਕਿਹਾ, ਮਾਂ ਜਦੋਂ ਮੈਨੂੰ ਦੁਕਾਨ 'ਤੇ ਭੇਜ ਕੇ ਸਮਾਨ ਮੰਗਵਾਉਂਦੀ ਆ ਤਾਂ ਮੈਨੂੰ ਵੀ ਪੈਸੇ ਦਿੰਦੀ ਆ। ਹੋਇਆ ਨਾ ਨਵਾਂ ਕਾਰੋਬਾਰ? ਪਿਤਾ ਜੀ ਹੱਸ ਪਏ। ਖੈਰ, ਉਸ ਦਿਨ ਜਦੋਂ ਦਾਦੀ ਨੂੰ ਚੌਲ ਮੰਗਵਾਏ ਸੀ ਤਾਂ ਉਸ ਦਿਨ ਸੱਚਮੁੱਚ ਸਾਡੇ ਘਰੇ ਚੌਲ ਬਣੇ ਸੀ। ਹੁਣ ਕਈ ਦਿਨ ਚੈਨ ਨਾਲ ਲੰਘ ਗਏ ਪਰ ਹੁਣ ਫੇਰ ਦਾਦੀ ਦਾ ਦਿਮਾਗ ਘੁੰਮਣ ਲੱਗਿਆ। ਪਿਤਾ ਜੀ ਨੂੰ ਯਾਦ ਦਿਵਾਉਂਦੀ ਕਿ ਤੇਰੇ ਕੋਈ ਬੇਟਾ ਨਹੀਂ ਆ, ਆਪਣਾ ਖਾਨਦਾਨ ਖਤਮ ਹੋ ਜਾਣਾ। ਜੇ ਤੂੰ ਕਹੇ ਤਾਂ ਮੈਂ ਤੇਰਾ ਘਰ ਆਬਾਦ ਕਰ ਦੇਵਾਂਗੀ। ਪਿਤਾ ਜੀ ਨੇ ਕਿਹਾ, ਮੇਰਾ ਘਰ ਪਹਿਲਾਂ ਹੀ ਆਬਾਦ ਆ। ਪਰ ਦਾਦੀ ਕਿੱਥੇ ਮੰਨਣ ਵਾਲੀ ਸੀ। ਇੱਕ ਦਿਨ ਕਾਲਜ ਤੋਂ ਆਉਂਦਿਆਂ ਹੀ ਮੇਰੀ ਮਾਂ ਬਹੁਤ ਰੋ ਰਹੀ ਸੀ। ਮੈਂ ਮਾਂ ਨੂੰ ਪੁੱਛਿਆ ਤਾਂ ਉਸਨੇ ਕਿਹਾ, ਤੇਰੀ ਦਾਦੀ ਨੇ ਅੱਜ ਮੈਨੂੰ ਮੇਰੇ ਕਮਰੇ ਵਿੱਚੋਂ ਕੱਢ ਦਿੱਤਾ। ਇਹ ਕਿਹਾ ਕਿ ਤੂੰ ਟੀਨਾ ਦੇ ਕਮਰੇ ਵਿੱਚ ਜਾ ਕੇ ਸੌਂ। ਮੈਂ ਮਾਂ ਨੂੰ ਕਿਹਾ, ਮਾਂ ਹੁਣ ਕੀ ਕਰੇਂਗੀ? ਤਾਂ ਮਾਂ ਨੇ ਕਿਹਾ, ਮੈਂ ਤੇਰੇ ਪਿਤਾ ਜੀ ਤੋਂ ਪੁੱਛੂੰਗੀ ਕਿ ਉਹ ਕੀ ਚਾਹੁੰਦੇ ਆ। ਜੇ ਉਹਨਾਂ ਨੇ ਕਿਹਾ ਤੂੰ ਮੇਰੀ ਮਾਂ ਦੀ ਗੱਲ ਮੰਨ ਲੈ ਤਾਂ ਮੈਂ ਹਮੇਸ਼ਾ ਦੇ ਲਈ ਇਹ ਘਰ ਛੱਡ ਕੇ ਚਲੀ ਜਾਊਂਗੀ। ਮੈਂ ਆਪਣੀ ਮਾਂ ਦੀ ਗੱਲ ਸੁਣ ਕੇ ਡਰ ਗਈ ਕਿਉਂਕਿ ਮੇਰੀ ਮਾਂ ਆਪਣੀਆਂ ਗੱਲਾਂ ਦੀ ਬਹੁਤ ਪੱਕੀ ਸੀ। ਸ਼ਾਮ ਨੂੰ ਪਿਤਾ ਜੀ ਘਰ ਆਏ ਤੇ ਆਪਣੇ ਕਮਰੇ ਵਿੱਚ ਚਲੇ ਗਏ। ਮੈਂ ਸੋਚ ਰਹੀ ਸੀ ਕਿ ਅੱਜ ਮਾਂ ਤੇ ਪਿਤਾ ਜੀ ਵਿੱਚ ਕੀ ਫੈਸਲਾ ਹੋਊ।
ਥੋੜ੍ਹੀ ਦੇਰ ਬਾਅਦ ਮਾਂ ਰੋਂਦੀ ਹੋਈ ਮੇਰੇ ਕਮਰੇ ਵਿੱਚ ਆਈ। ਮੈਨੂੰ ਯਕੀਨ ਹੋ ਗਿਆ ਕਿ ਪਿਤਾ ਜੀ ਨੇ ਮਾਂ ਨੂੰ ਜਾਣ ਲਈ ਕਹਿ ਦਿੱਤਾ। ਮੈਂ ਕਿਹਾ, ਮਾਂ ਫਿਕਰ ਨਾ ਕਰ, ਮੈਂ ਵੀ ਤੇਰੇ ਨਾਲ ਹੀ ਚੱਲੂੰ। ਮੇਰੀ ਮਾਂ ਨੇ ਮੈਨੂੰ ਗਲੇ ਨਾਲ ਲਾਉਂਦੇ ਹੋਏ ਕਿਹਾ, ਚੱਲ ਕਮਲੀ, ਅੱਜ ਤਾਂ ਤੇਰੇ ਪਿਤਾ ਜੀ ਨੇ ਮੇਰਾ ਮਾਣ ਰੱਖ ਲਿਆ। ਜਦੋਂ ਮੈਂ ਉਹਨਾਂ ਨੂੰ ਤੇਰੀ ਦਾਦੀ ਦੀਆਂ ਸਾਰੀਆਂ ਗੱਲਾਂ ਬਾਰੇ ਦੱਸਿਆ ਤਾਂ ਉਹਨਾਂ ਨੇ ਕਿਹਾ, ਮਾਂ ਦਾ ਦਿਮਾਗ ਖਰਾਬ ਹੋ ਗਿਆ, ਤੂੰ ਚਿੰਤਾ ਨਾ ਕਰ। ਮੈਂ ਖੁਸ਼ੀ ਨਾਲ ਪਾਗਲ ਹੋ ਗਈ ਸੀ, ਪਰ ਪਰੇਸ਼ਾਨੀਆਂ ਇੱਥੇ ਹੀ ਖਤਮ ਨਹੀਂ ਹੋਈਆਂ ਸੀ। ਮੇਰੇ ਪਿਤਾ ਜੀ ਰੀਆ ਆਂਟੀ ਨੂੰ ਘੁਮਾਉਣ ਲੈ ਜਾਂਦੇ ਤੇ ਰੀਆ ਆਂਟੀ ਨੇ ਵੀ ਸਾਫ਼-ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਮੇਰੀ ਦਾਦੀ ਨੂੰ ਕਿ ਮੈਂ ਇਸ ਐਤਵਾਰ ਦਾ ਇੰਤਜ਼ਾਰ ਕਰਾਂਗੀ। ਜੇ ਮੇਰਾ ਵਿਆਹ ਵਿਜੇ ਨਾਲ ਨਾ ਹੋਇਆ ਤਾਂ ਮੈਂ ਵਾਪਸ ਚਲੀ ਜਾਊਂਗੀ। ਆਖਿਰ ਕਦੋਂ ਤੱਕ ਮੈਂ ਇੰਤਜ਼ਾਰ ਵਿੱਚ ਬੈਠੀ ਰਹੂੰਗੀ। ਰੀਆ ਆਂਟੀ ਦੀ ਗੱਲ ਸੁਣ ਕੇ ਚਿੰਤਾ ਵਿੱਚ ਆ ਗਈ। ਇਸ ਕਰਕੇ ਉਹ ਮਾਂ ਦੀ ਦੁਸ਼ਮਣ ਬਣ ਚੁੱਕੀ ਸੀ। ਅੱਜ ਐਤਵਾਰ ਸੀ, ਮੈਂ ਘਰੇ ਹੀ ਸੀ। ਦਾਦੀ ਸਵੇਰ ਤੋਂ ਮੇਰੀ ਮਾਂ ਨਾਲ ਲੜ ਰਹੀ ਸੀ। ਮਾਂ ਆਪਣਾ ਕੰਮ ਖਤਮ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ। ਪਹਿਲਾਂ ਤਾਂ ਦਾਦੀ ਮੂੰਹ ਨਾਲ ਹੀ ਧਮਕੀਆਂ ਦਿੰਦੀ ਸੀ ਕਿ ਵਿਜੇ ਦਾ ਕਮਰਾ ਖਾਲੀ ਕਰ ਦੇ, ਪਰ ਅੱਜ ਉਹ ਮਾਂ ਦਾ ਸਮਾਨ ਚੁੱਕ ਕੇ ਬਾਹਰ ਸੁੱਟਣ ਲੱਗੀ। ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ। ਮੈਂ ਮਾਂ ਦੇ ਕਮਰੇ ਵਿੱਚ ਚਲੀ ਗਈ ਤੇ ਗੁੱਸੇ ਨਾਲ ਮਾਂ ਨੂੰ ਹੀ ਬੋਲਣ ਲੱਗੀ ਕਿ ਤੂੰ ਦਾਦੀ ਦੀ ਗੱਲ ਕਿਉਂ ਨਹੀਂ ਮੰਨ ਲੈਂਦੀ, ਕਿਉਂ ਘਰ ਵਿੱਚ ਕਲੇਸ਼ ਪਾ ਰੱਖਿਆ। ਮੇਰੀ ਮਾਂ ਨੇ ਮੈਨੂੰ ਕਿਹਾ, ਤੂੰ ਚੁੱਪ ਕਰ, ਮੈਂ ਸਭ ਸਾਂਭ ਲਊਂਗੀ, ਬਸ ਤੂੰ ਮੈਨੂੰ 1 ਕਿਲੋ ਚੌਲ ਲਿਆ ਕੇ ਦੇ। ਮੈਂ ਚੁੱਪਚਾਪ ਉੱਠੀ ਤੇ ਚੌਲ ਲੈਣ ਚਲੀ ਗਈ। ਅੱਜ ਚੌਲਾਂ ਵਾਲਾ ਲਿਫਾਫਾ ਲੈ ਕੇ ਝੋਲੇ ਵਿੱਚ ਪਾਉਣ ਲੱਗੀ ਤਾਂ ਲੱਗਿਆ ਉਹ ਪਾਟ ਗਿਆ। ਮੈਨੂੰ ਮਾਂ ਦੀ ਚਿੰਤਾ ਸਤਾ ਰਹੀ ਸੀ। ਮੈਂ ਉਵੇਂ ਹੀ ਉਸ ਝੋਲੇ ਨੂੰ ਲੈ ਕੇ ਆ ਗਈ। ਜਦੋਂ ਅੱਧੇ ਰਸਤੇ ਆਈ ਤਾਂ ਮੈਨੂੰ ਲੱਗਿਆ ਝੋਲੇ ਵਿੱਚੋਂ ਕੁਝ ਉਛਲ ਰਿਹਾ। ਜਦੋਂ ਝੋਲਾ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਇੱਕ ਮਰਿਆ ਹੋਇਆ ਪੰਛੀ ਪਿਆ ਸੀ। ਮੈਂ ਉਹ ਪੰਛੀ ਨੂੰ ਕੱਢ ਕੇ ਸੜਕ 'ਤੇ ਸੁੱਟ ਦਿੱਤਾ। ਘਰ ਜਾਣ ਦੀ ਬਜਾਏ ਪਿਤਾ ਜੀ ਦੀ ਵਰਕਸ਼ਾਪ 'ਤੇ ਚਲੀ ਗਈ। ਪਿਤਾ ਜੀ ਵਰਕਸ਼ਾਪ ਦੇ ਨੇੜੇ ਹੀ ਸੀ। ਮੈਂ ਉਹਨਾਂ ਨੂੰ ਆਪਣੇ ਨਾਲ ਘਰ ਚੱਲਣ ਲਈ ਕਿਹਾ। ਉਹ ਵੀ ਬਿਨਾਂ ਕੁਝ ਕਹੇ ਮੇਰੇ ਨਾਲ ਤੁਰ ਪਏ। ਪਿਤਾ ਜੀ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਹੀ ਸੀ ਕਿ ਮਾਂ ਕੱਟੀ ਹੋਈ ਟਾਹਣੀ ਦੀ ਤਰ੍ਹਾਂ ਝੂਲਦੀ ਹੋਈ ਡਿੱਗਣ ਲੱਗੀ ਤਾਂ ਪਿਤਾ ਜੀ ਨੇ ਅੱਗੇ ਹੋ ਕੇ ਸੰਭਾਲ ਲਿਆ ਤੇ ਦਾਦੀ ਸ਼ੇਰਨੀ ਬਣੀ ਹੋਈ ਸੀ। ਉਹ ਪਾਪਾ 'ਤੇ ਟੁੱਟ ਪਈ। ਤੂੰ ਇਸ ਨੂੰ ਤਲਾਕ ਦੇ ਦੇ, ਤੇਰੀ ਮਾਂ ਦੀ ਇਸਨੇ ਬੇਇੱਜ਼ਤੀ ਕੀਤੀ ਆ। ਪਿਤਾ ਜੀ ਕਹਿਣ ਲੱਗੇ, ਮਾਂ ਪਹਿਲ ਵੀ ਤੁਸੀਂ ਹੀ ਕੀਤੀ ਹੋਵੇਗੀ। ਪਿਤਾ ਜੀ ਦੀ ਗੱਲ ਸੁਣ ਕੇ ਦਾਦੀ ਦਾ ਪਾਰਾ ਚੜ੍ਹ ਗਿਆ। ਦਾਦੀ ਨੇ ਕਿਹਾ, ਮੈਂ ਸਿਰਫ ਇਸ ਨੂੰ ਇੰਨਾ ਹੀ ਕਿਹਾ ਸੀ ਕਿ ਤੇਰਾ ਕਮਰਾ ਖਾਲੀ ਕਰ ਦੇ, ਮੈਂ ਰੀਆ ਵਾਸਤੇ ਸੈੱਟ ਕਰਨਾ, ਤੁਹਾਡਾ ਦੋਨਾਂ ਦਾ ਕੱਲ੍ਹ ਨੂੰ ਵਿਆਹ। ਪਿਤਾ ਜੀ ਹੱਸ ਪਏ ਤੇ ਬੋਲੇ, ਮਾਂ ਬੱਸ ਕਰ। ਤੇ ਫਿਰ ਕੋਲ ਖੜੀ ਰੀਆ ਆਂਟੀ ਨੂੰ ਕਹਿਣ ਲੱਗੇ, ਦੇਖ ਰੀਆ, ਤੂੰ ਸਾਡੇ ਘਰ ਦੀ ਮਹਿਮਾਨ ਆ। ਤੈਨੂੰ ਕਹਿੰਦੇ ਹੋਏ ਮੈਨੂੰ ਵਧੀਆ ਤਾਂ ਨਹੀਂ ਲੱਗਦਾ, ਪਰ ਹੁਣ ਮੇਰੀ ਮਜਬੂਰੀ ਬਣ ਗਈ ਆ। ਮੈਂ ਚਾਹਣਾ ਕਿ ਤੂੰ ਹੁਣ ਆਪਣੇ ਘਰੇ ਚਲੀ ਜਾਵੇਂ। ਤੇਰੀ ਵਜ੍ਹਾ ਨਾਲ ਸਾਡੇ ਘਰ ਦਾ ਮਾਹੌਲ ਖਰਾਬ ਹੋ ਰਿਹਾ। ਦਾਦੀ ਰੌਲਾ ਪਾਉਣ ਲੱਗੀ, ਵਿਜੇ ਤੇਰਾ ਦਿਮਾਗ ਖਰਾਬ ਹੋ ਗਿਆ। ਰੀਆ ਤੈਨੂੰ ਵਾਰਸ ਦੇਊਗੀ, ਤੈਨੂੰ ਹੋਰ ਕੀ ਚਾਹੀਦਾ। ਪਿਤਾ ਜੀ ਨੇ ਕਿਹਾ, ਮਾਂ ਪਰਮਾਤਮਾ ਨੇ ਜੇ ਸਾਨੂੰ ਵਾਰਸ ਦੇਣਾ ਹੋਊਗਾ ਤਾਂ ਉਹ ਨੇਹਾ ਤੋਂ ਹੀ ਦੇ ਦੇਊਗਾ, ਪਰ ਅੱਜ ਮੈਂ ਤੈਨੂੰ ਇੱਕ ਗੱਲ ਸਾਫ਼-ਸਾਫ਼ ਦੱਸ ਦੇਵਾਂ ਕਿ ਤੂੰ ਇਸ ਘਰ ਦੀ ਮਾਲਕਣ ਆ। ਇਸ ਘਰ ਵਿੱਚ ਜੋ ਕੁਝ ਵੀ ਆ ਤੁਹਾਡਾ ਹੀ ਆ। ਇਸ ਘਰ ਦੀ ਰਾਣੀ ਬਣ ਕੇ ਰਹਿ। ਮੈਂ ਤੇ ਮੇਰੀ ਪਤਨੀ ਤੇਰੀ ਸੇਵਾ ਕਰਾਂਗੇ, ਪਰ ਜੇ ਅੱਜ ਤੋਂ ਬਾਅਦ ਤੂੰ ਸਾਡੇ ਨਾਲ ਲੜਨ ਦੀ ਕੋਸ਼ਿਸ਼ ਵੀ ਕੀਤੀ ਤਾਂ ਅਸੀਂ ਤਿੰਨੋਂ ਇਹ ਘਰ ਹਮੇਸ਼ਾ ਲਈ ਛੱਡ ਕੇ ਜਾਵਾਂਗੇ। ਉਹ ਦਿਨ ਹੀ ਰੀਆ ਆਂਟੀ ਆਪਣੇ ਘਰੇ ਚਲੀ ਗਈ। ਦਾਦੀ ਨੇ ਗੁੱਸੇ ਵਿੱਚ ਆ ਕੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ, ਪਰ ਮੈਂ ਪਿਤਾ ਜੀ ਨੂੰ ਸ਼ਿਕਾਇਤ ਕੀਤੇ ਬਿਨਾਂ ਨਹੀਂ ਰਹਿ ਸਕੀ। ਮੈਂ ਕਿਹਾ, ਪਿਤਾ ਜੀ, ਤੁਸੀਂ ਮੇਰਾ ਤੇ ਮੇਰੀ ਮਾਂ ਦਾ ਬਹੁਤ ਦਿਲ ਦੁਖਾਇਆ। ਤੁਸੀਂ ਸਾਨੂੰ ਸ਼ੁਰੂ ਤੋਂ ਹੀ ਪਿਆਰ ਤੇ ਸਨਮਾਨ ਦਿੱਤਾ ਹੁੰਦਾ। ਤਾਂ ਪਿਤਾ ਜੀ ਨੇ ਕਿਹਾ, ਮੈਂ ਆਪਣੀ ਮਾਂ ਦੇ ਅੱਗੇ ਮਜਬੂਰ ਸੀ। ਮੇਰੀ ਮਾਂ ਬਹੁਤ ਅੜਬ ਸੁਭਾਅ ਦੀ ਆ। ਮੇਰੀ ਮਾਂ ਨੂੰ ਜਦੋਂ ਗੁੱਸਾ ਆਉਂਦਾ ਸੀ ਤਾਂ ਮੈਂ ਤੁਹਾਡੇ ਦੋਨਾਂ 'ਤੇ ਗੁੱਸਾ ਕਰਦਾ ਸੀ ਤਾਂ ਕਿ ਉਹ ਮੈਨੂੰ ਗੁੱਸੇ ਵਿੱਚ ਦੇਖ ਕੇ ਆਪਣਾ ਗੁੱਸਾ ਠੰਡਾ ਕਰ ਲਵੇ, ਕਿਉਂਕਿ ਨਹੀਂ ਮਾਵਾਂ ਨੂੰ ਹੁੰਦਾ ਕਿ ਪਤੀ ਆਪਣੀ ਪਤਨੀ ਦੇ ਥੱਲੇ ਲੱਗ ਗਿਆ। ਮੈਂ 2 ਸਕੰਜਿਆਂ ਵਿੱਚ ਫਸਿਆ ਹੋਇਆ ਸੀ। ਇਹਨਾਂ ਦੋਨਾਂ ਨੂੰ ਸੱਸ ਦੀ ਲੜਾਈ ਦੇਖ ਕੇ ਮੈਂ ਸ਼ਰਾਬ ਪੀਣ ਦਾ ਆਦੀ ਹੋ ਗਿਆ। ਮੈਂ ਪਿਤਾ ਜੀ ਨੂੰ ਗੁੱਸੇ 'ਚ ਕਿਹਾ, ਪਿਤਾ ਜੀ, ਸਾਨੂੰ ਦਾਦੀ ਕੋਲੋਂ ਪਹਿਲਾਂ ਵੀ ਇਸ ਤਰ੍ਹਾਂ ਬਚਾ ਸਕਦੇ ਸੀ ਜਿਵੇਂ ਅੱਜ ਬਚਾਇਆ। ਮੈਂ ਤੁਹਾਡੀ ਸਾਰਿਆਂ ਦੀ ਲੜਾਈ ਦੇਖ ਕੇ ਡਿਪਰੈਸ਼ਨ ਵਿੱਚ ਚਲੀ ਜਾ ਰਹੀ ਸੀ। ਪਿਤਾ ਜੀ ਸ਼ਰਮਿੰਦਾ ਹੋ ਗਏ। ਉਹਨਾਂ ਨੇ ਕਿਹਾ, ਮੈਨੂੰ ਆਪਣੀ
ਮਾਂ ਪਹਿਲਾਂ ਹੀ ਰੋਕ ਲੈਣੀ ਚਾਹੀਦੀ ਸੀ। ਇਹ ਸੁਣ ਕੇ ਮੈਂ ਪਿਤਾ ਜੀ ਦੇ ਗਲ ਲੱਗ ਗਈ, ਪਰ ਮੇਰੀ ਮਾਂ ਬਾਰ-ਬਾਰ ਰੱਬ ਦਾ ਸ਼ੁਕਰੀਆ ਕਰ ਰਹੀ ਸੀ। ਉਹਨਾਂ ਨੇ ਉਸਦੇ ਪਤੀ ਦੇ ਦਿਲ ਵਿੱਚ ਪਿਆਰ ਪਾਇਆ। ਮੈਂ ਝੱਟ ਮਾਂ ਤੋਂ ਵੀ ਪੁੱਛ ਹੀ ਲਿਆ, ਕਿ ਮਾਂ ਹੁਣ ਤੂੰ ਵੀ ਮੈਨੂੰ ਦੱਸ, ਤੂੰ ਹਰ ਰੋਜ਼ ਚੌਲ ਕਿਉਂ ਮੰਗਵਾਉਂਦੀ ਆਂ? ਅੱਜ ਚੌਲਾਂ ਵਿੱਚ ਮਰਿਆ ਹੋਇਆ ਪੰਛੀ ਮਿਲਿਆ। ਮਾਂ ਨੇ ਕਿਹਾ, ਅੱਛਾ, ਤਾਂ ਹੀ ਤੇਰੇ ਪਾਪਾ ਜੀ ਦੇ ਦਿਲ ਵਿੱਚ ਆਪਣੇ ਲਈ ਪਿਆਰ ਜਾਗਿਆ। ਉਸਨੇ ਕਿਹਾ, ਜਿਸ ਦੁਕਾਨਦਾਰ ਤੋਂ ਤੂੰ ਚੌਲ ਲੈ ਕੇ ਆਉਂਦੀ ਆਂ, ਉਹਨਾਂ ਦੇ ਗੁਆਂਢ ਵਿੱਚ ਇੱਕ ਬਾਬਾ ਜੀ ਰਹਿੰਦੇ ਨੇ। ਮੈਂ ਉਸ ਦੁਕਾਨਦਾਰ ਨੂੰ ਕਿਹਾ ਸੀ, ਤੂੰ ਮੇਰੇ ਬਾਰੇ ਵੀ ਉਹਨਾਂ ਤੋਂ ਪੁੱਛ। ਉਸਨੇ ਦੱਸਿਆ ਸੀ ਕਿ ਬਾਬਾ ਜੀ 40 ਦਿਨ ਤੱਕ ਕਿਲੋ ਚੌਲਾਂ ਦੇ ਉੱਤੇ ਮੰਤਰ ਫੂਕ ਕੇ ਦੇਣਗੇ, ਜੋ ਛੱਤ 'ਤੇ ਜਾ ਕੇ ਪੰਛੀਆਂ ਨੂੰ ਪਾਉਣਾ, ਤੇ ਆਖਰੀ ਦਿਨ ਉਹ ਮੰਤਰ ਦਾ ਪ੍ਰਯੋਗ ਕੀਤਾ ਹੋਇਆ ਮਰਿਆ ਹੋਇਆ ਪੰਛੀ ਦੇਣਗੇ। ਤੂੰ ਉਹ ਪੰਛੀ ਨੂੰ ਆਪਣੇ ਵਿਹੜੇ ਵਿੱਚ ਦੱਬ ਦੇਵੀਂ। ਪਰ ਤੂੰ ਉਹ ਪੰਛੀ ਰਸਤੇ ਵਿੱਚ ਹੀ ਛੱਡ ਆਈ। ਨਹੀਂ, ਮੇਰੇ ਅੱਜ 40 ਦਿਨ ਪੂਰੇ ਹੋ ਜਾਣੇ ਸੀ। ਪਤਾ ਨਹੀਂ ਹੁਣ ਕੀ ਹੋਊ। ਉਸ ਬਾਬੇ ਦੇ ਕਹਿਣ ਅਨੁਸਾਰ ਸਾਰਾ ਕੁਝ ਠੀਕ ਹੋ ਗਿਆ ਸੀ, ਪਰ ਹੁਣ ਤੂੰ ਇੱਕ ਗਲਤੀ ਕਰ ਦਿੱਤੀ। ਉਹ ਪੰਛੀ ਸਿੱਟ ਕੇ। ਆਪਣੀ ਮਾਂ ਦੀਆਂ ਮਾਸੂਮ ਜਿਹੀਆਂ ਗੱਲਾਂ ਸੁਣ ਕੇ ਮੈਂ ਹੱਸ ਪਈ, ਪਰ ਮੈਨੂੰ ਉਹ ਬਾਬੇ ਦੀ ਗੱਲ ਸੁਣ ਕੇ ਗੁੱਸਾ ਚੜ੍ਹ ਗਿਆ। ਮੈਂ ਵਾਪਸ ਉਸ ਦੁਕਾਨਦਾਰ ਕੋਲ ਗਈ। ਮੈਂ ਜਾ ਕੇ ਉਸ ਨਾਲ ਲੜਨ ਲੱਗੀ। ਮੈਂ ਕਿਹਾ, ਤੈਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਕਿਉਂ ਤੂੰ ਲੋਕਾਂ ਨੂੰ ਗਲਤ ਰਸਤੇ ਪਾ ਰਿਹਾ? ਤਾਂ ਉਸਨੇ ਕਿਹਾ, ਜੀ ਅਸੀਂ ਸਿੱਧੇ ਸਾਦੇ ਬੰਦੇ ਆਂ ਤੇ ਪਿਆਰ ਵੰਡਦੇ ਆਂ। ਮੈਂ ਤੇਰੀ ਮਾਂ ਨੂੰ ਕੋਈ ਕਾਲਾ ਜਾਦੂ ਕਰਕੇ ਨਹੀਂ ਦਿੱਤਾ। ਮੈਂ ਤਾਂ ਖੁਦ ਉਹਨਾਂ ਦੇ ਮੂੰਹੋਂ ਇਹ ਸਭ ਸੁਣ ਕੇ ਪਰੇਸ਼ਾਨ ਹੋ ਗਿਆ ਸੀ। ਮੈਂ ਤਾਂ ਸਿਰਫ ਉਸ ਨੂੰ ਇੰਨਾ ਹੀ ਕਿਹਾ ਸੀ ਕਿ ਤੇਰਾ ਕੰਮ ਹੋ ਜਾਊਗਾ, ਪਰ ਤੂੰ ਆਪਣੇ ਪਤੀ ਤੇ ਸੱਸ ਨਾਲ 40 ਦਿਨ ਤੱਕ ਨਹੀਂ ਲੜਨਾ। ਹੁਣ ਤੂੰ ਖੁਦ ਹੀ ਸੋਚ ਲਾ ਕਿ ਕੋਈ ਔਰਤ 40 ਦਿਨ ਤੱਕ ਆਪਣੇ ਘਰ ਵਾਲਿਆਂ ਨਾਲ ਨਹੀਂ ਲੜੇਗੀ ਤਾਂ ਘਰ ਵਾਲੇ ਕਿਉਂ ਉਸ ਨਾਲ ਲੜਨਗੇ? ਉਹ ਵੀ ਇਨਸਾਨ ਬਣ ਜਾਣਗੇ। ਮੈਂ ਦੁਕਾਨਦਾਰ ਦੀਆਂ ਗੱਲਾਂ ਸੁਣ ਕੇ ਬਹੁਤ ਪ੍ਰਭਾਵਿਤ ਹੋਈ। ਉਸ ਦੇ ਸਮੇਂ ਦੇ ਨਾਲ ਪੂਰੀ ਸਥਿਤੀ ਨੂੰ ਕਿਵੇਂ ਸੰਭਾਲਿਆ। ਉਸਨੇ ਮਾਂ ਨੂੰ ਕਿੰਨੀ ਗਹਿਰਾਈ ਵਾਲੀ ਗੱਲ ਦੱਸੀ। ਪਰ ਮੇਰੀ ਮਾਂ ਦਾ ਮੇਰੇ ਪਿਤਾ ਜੀ ਨੂੰ ਬਹੁਤ ਜ਼ਿਆਦਾ ਪਿਆਰ ਕਰਨਾ, ਸਭ ਦੇ ਮੂਹਰੇ ਚੁੱਪ ਰਹਿਣਾ, ਇਹ ਸਭ ਬਦਲ ਗਿਆ ਸੀ। ਜੇ ਹਰ ਇਨਸਾਨ ਆਪਣਾ ਮੂੰਹ ਬੰਦ ਰੱਖਦਾ ਹੈ ਤੇ ਸਬਰ ਕਰਦਾ ਹੈ ਤਾਂ ਛੋਟੀਆਂ-ਛੋਟੀਆਂ ਗੱਲਾਂ ਨਾਲ ਘਰ ਨਹੀਂ ਟੁੱਟਦੇ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ ਨੂੰ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।